ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜਛਾਂ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਵੱਖ-ਵੱਖ ਮਸਲਿਆਂ ਦਾ ਕਪੜਛਾਣ ਕਰਦੇ ਹਾਂ। ਕਾਫੀ ਸਮੇਂ ਬਾਅਦ ਅੱਜ ਫਿਰ ਤੋਂ ਤੁਹਾਡੇ ਨਾਲ ਜੁੜੇ ਹਾਂ ਤੇ ਗੱਲਬਾਤ ਵੱਖ-ਵੱਖ ਪੰਜਾਬ ਦੇ ਮਸਲਿਆਂ ਦੀ ਵੀ ਕਰਾਂਗੇ, ਕਿਉਂਕਿ ਸੁਰਿੰਦਰ ਡੱਲਾ ਹੁਣਾਂ ਦੀ ਰਿਪੋਰਟ ਜਿਹੜੀ ਪੋਜ਼ਿਟਿਵ ਆਉਣ ਤੋਂ ਬਾਅਦ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਕੁਆਰੰਟਾਈਨ ਹੋ ਗਏ ਸੀ ਤੇ ਹੁਣ ਕਾਫੀ ਸਮਾਂ ਬਾਅਦ ਦੁਬਾਰਾ ਜਿਹੜਾ ਪ੍ਰੋਗਰਾਮ ਉਸੇ ਲੀਹ ਦੇ ਉੱਤੇ ਆਇਆ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਇੱਕ ਇੱਕ ਕਰਕੇ ਮਸਲਿਆਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਬਹੁਤ ਬਹੁਤ ਧੰਨਵਾਦ। ਡੱਲਾ ਜੀ ਸਿਹਤ ਕਿਦਾਂ ਜੀ? ਹੁਣ ਸਿਹਤ ਠੀਕ ਹੈ ਜੀ। ਅੱਜ 12ਵਾਂ ਦਿਨ ਹੋ ਗਿਆ ਤੇ 2 ਦਿਨਾਂ ਬਾਅਦ ਦੁਬਾਰਾ ਫਿਰ ਟੈਸਟ ਹੋਣਾ ਹੈ। ਸੋ ਉਮੀਦ ਕਰਦੇ ਹਾਂ ਕਿ ਨੈਗੇਟਿਵ ਰਿਪੋਰਟ ਆਊਗੀ ਤੇ ਆਪਾਂ ਫਿਰ ਸਟੂਡੀਓ 'ਚ ਇਕੱਠੇ ਹੋਵਾਂਗੇ 2-3 ਦਿਨਾਂ ਤੱਕ, 4 ਦਿਨਾਂ ਤੱਕ। ਬਿਲਕੁਲ। ਤੇ ਡੱਲਾ ਸਾਹਿਬ, ਪੰਜਾਬ ਦੀ ਸਿਆਸਤ ਦੇ ਵੱਲ ਵਧੀਏ ਤਾਂ ਵੱਖ-ਵੱਖ ਮਸਲੇ ਨੇ ਜੋ ਪੰਜਾਬ ਦੇ ਵਿੱਚ ਆੜ੍ਹਤੀਆਂ ਦਾ ਮਸਲਾ ਚੱਲ ਰਿਹਾ ਸੀ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਤੇ ਉਹ ਜੋ ਹੜਤਾਲ ਸੀ ਆੜ੍ਹਤੀਆਂ ਦੇ ਵੱਲੋਂ ਖਤਮ ਕਰ ਦਿੱਤੀ ਗਈ ਹੈ। SIT ਦੇ ਫੈਸਲੇ ਦੇ ਉੱਤੇ ਹਾਈ ਕੋਰਟ ਦਾ ਫੈਸਲਾ ਆਇਆ ਹੈ, ਉਸ ਦੇ ਉੱਤੇ ਵੀ ਗੱਲਬਾਤ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਹੋਰ ਵੱਖ-ਵੱਖ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਡੱਲਾ ਸਾਹਿਬ, ਜੋ ਆੜ੍ਹਤੀਆਂ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀ, ਉਸ ਰੇੜਕੇ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਹੱਲ ਕਰਾਉਣ ਦੇ ਵਿੱਚ ਵੀ ਕਾਮਯਾਬ ਹੋਏ? ਦੇਖੋ, ਕਿਤੇ ਨਾ ਕਿਤੇ 2-3 ਵੱਡੀਆਂ ਮੰਗਾਂ ਸੀ ਆੜ੍ਹਤੀਆਂ ਦੀਆਂ, ਕਿਉਂਕਿ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਸਪਸ਼ਟ ਤੌਰ ਤੇ ਇਨਕਾਰ ਕਰਤਾ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਵੀ ਅਸੀਂ ਹੋਰ ਮੋਹਲਤ ਨਹੀਂ ਦੇਣੀ, ਅਸੀਂ ਤਾਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਵਾਂਗੇ ਹੀ ਪਾਵਾਂਗੇ। ਔਰ ਕਿਉਂਕਿ FCI ਵੱਲੋਂ ਖਰੀਦ ਕੀਤੀ ਜਾਣੀ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਕੇਂਦਰ ਦੀ ਏਜੰਸੀ ਹੈ, ਉਹਨਾਂ ਨੇ ਇਹ ਵੀ ਕਹਿਤਾ ਪਿਊਸ਼ ਗੋਇਲ ਨੇ ਕਿ ਅਗਰ ਤੁਸੀਂ ਨਹੀਂ ਸਿੱਧਾ ਪੈਸਾ FCI ਵੱਲੋਂ ਚਾਹੁੰਦੇ ਤਾਂ ਪੰਜਾਬ ਸਰਕਾਰ ਆਪਣੇ ਪੱਧਰ ਤੇ ਖਰੀਦ ਕਰ ਲੇ ਸੈਂਟਰ ਦੀ ਏਜੰਸੀ ਦੀ ਥਾਂ ਤੇ ਫਿਰ ਆਖਿਰਕਾਰ ਪੰਜਾਬ ਸਰਕਾਰ ਨੂੰ ਮੰਨਣਾ ਪਿਆ। ਸੋ ਆੜ੍ਹਤੀਆਂ ਨੇ ਜਿਹੜੀ ਹੜਤਾਲ ਕੀਤੀ ਸੀ, ਮੈਨੂੰ ਇਹ ਲੱਗਦਾ ਕਿ ਆੜ੍ਹਤੀਆਂ ਨੇ ਬਹੁਤ ਸਮਝਦਾਰੀ ਦਿਖਾਈ ਹੈ ਕਿ ਕੈਪਟਨ ਅਮਰਿੰਦਰ ਦੀ ਉਹਨਾਂ ਨੇ ਗੱਲ ਮੰਨ ਲਈ ਔਰ ਕਿਸਾਨਾਂ ਦਾ ਇਹਦੇ ਨਾਲ ਨੁਕਸਾਨ ਨਹੀਂ ਹੋਊਗਾ। ਨਹੀਂ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀ ਅਗਰ ਆੜ੍ਹਤੀਏ ਜ਼ਿੱਦ ਕਰਦੇ। ਆੜ੍ਹਤੀਆਂ ਦਾ 131 ਕਰੋੜ ਬਕਾਇਆ ਸੀ, ਕੈਪਟਨ ਅਮਰਿੰਦਰ ਨੇ ਕਹਿਤਾ ਵੀ ਅਸੀਂ ਉਹ ਬਕਾਇਆ ਤੁਹਾਨੂੰ ਬਹੁਤ ਜਲਦ ਮੋੜ ਰਹੇ ਹਾਂ। ਗਗਨ, ਇਹ ਬੜੀ ਚੰਗੀ ਗੱਲ ਹੈ। ਦੂਸਰੀ ਗੱਲ, ਕੈਪਟਨ ਅਮਰਿੰਦਰ ਨੇ ਕਿਹਾ ਵੀ ਅਸੀਂ ਵਿਵਸਥਾ ਬਣਾਉਣੇ ਆ, ਔਰ ਕੇਂਦਰ ਸਰਕਾਰ ਨੇ ਔਰ FCI ਨੇ ਵੀ ਕਹਿਤਾ ਕਿ ਜਿਹੜਾ 2.5% ਦੇ ਕਰੀਬ ਕਮਿਸ਼ਨ ਹੈ ਆੜ੍ਹਤੀਆਂ ਦਾ, ਉਹ ਉਹਨਾਂ ਨੂੰ ਉਸੇ ਤਰ੍ਹਾਂ ਜਾਰੀ ਰਹੂਗਾ। ਗਗਨ, ਮੈਂ ਅੱਗੇ ਵੀ ਗੱਲ ਕਰਦਾ ਸੀ ਕਿ ਜਦੋਂ ਕਿਸਾਨਾਂ ਤੇ ਆੜ੍ਹਤੀਆਂ ਦੇ ਸੰਬੰਧ ਇੰਨੇ ਚੰਗੇ ਨੇ, ਜਦੋਂ ਕਿਸਾਨਾਂ ਤੇ ਆੜ੍ਹਤੀਆਂ ਦੇ ਸੰਬੰਧ ਇੰਨੇ ਚੰਗੇ ਨੇ ਤੇ ਇਹ ਰਿਸ਼ਤਾ ਖਤਮ ਨਹੀਂ ਹੋ ਸਕਦਾ। ਆੜ੍ਹਤੀਆਂ ਨੂੰ ਇਸ ਖੇਤੀਬਾੜੀ ਦੀ ਵਿਵਸਥਾ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਔਰ ਨਾ ਇਹ ਬਾਹਰ ਨਿਕਲ ਸਕਦੇ ਨੇ। ਇਹ ਇਸੇ ਤਰ੍ਹਾਂ ਹੀ ਰਹਿਣਗੇ ਕਿਉਂਕਿ ਕਿਸਾਨਾਂ ਨੂੰ ਹੁਣ ਵੀ ਜ਼ਰੂਰਤਾਂ ਰਹਿਣੀਆਂ ਨੇ, ਉਹਨਾਂ ਨੇ ਹੁਣ ਵੀ ਆੜ੍ਹਤੀਆਂ ਤੋਂ ਉਸੇ ਤਰ੍ਹਾਂ ਮਦਦ ਲੈਣੀ ਹੈ। ਸੋ ਇਸ ਕਰਕੇ ਇਹ ਰਿਸ਼ਤਾ ਤਾਂ ਮਜ਼ਬੂਤ ਹੀ ਹੋਣਾ ਹੈ, ਖਤਮ ਨਹੀਂ ਹੋਣਾ। ਕਮਿਸ਼ਨ ਆੜ੍ਹਤੀਆਂ ਨੂੰ ਆੜ੍ਹਤੀਆਂ ਤੋਂ ਸਰਕਾਰ ਤੋਂ ਮਿਲ ਜਾਣੀ ਹੈ, FCI ਤੋਂ ਮਿਲ ਜਾਣੀ ਹੈ ਤੇ ਉਸੇ ਫਸਲ ਦੀ ਕਮਿਸ਼ਨ ਮਿਲਣੀ ਹੈ ਗਗਨ, ਜਿਹੜੀ ਸੈਂਟਰ ਦੀ ਏਜੰਸੀ ਨੇ ਚੱਕਣੀ ਹੈ। ਜਿਹੜੀ ਫਸਲ ਸੈਂਟਰ ਦੀ ਏਜੰਸੀ ਨੇ ਨਹੀਂ ਚੱਕਣੀ, ਜਿਹੜੀ ਫਸਲ ਪ੍ਰਾਈਵੇਟ ਵੀ ਵੇਚਣੀ ਹੈ ਕਿਸਾਨਾਂ ਨੇ ਆੜ੍ਹਤੀਆਂ ਦੇ ਥਰੂ, ਉਹਨਾਂ ਦਾ ਰਿਸ਼ਤਾ ਉਸੇ ਤਰ੍ਹਾਂ ਬਰਕਰਾਰ ਰਹਿਣਾ। ਸੋ 131 ਕਰੋੜ ਕੈਪਟਨ ਨੇ ਕਹਿਤਾ ਵੀ ਅਸੀਂ ਆੜ੍ਹਤੀਆਂ ਦਾ ਬਕਾਇਆ ਸੀ ਉਹ ਜਲਦ ਮੋੜਾਂਗੇ ਔਰ ਸੂਬੇ ਵੱਲੋਂ ਅਸੀਂ ਕੋਈ ਵਿਵਸਥਾ ਬਣਾਵਾਂਗੇ ਹੁਣ ਆਉਣ ਵਾਲੇ ਸਮੇਂ 'ਚ, ਜਿਹਦੇ ਨਾਲ ਆੜ੍ਹਤੀਆਂ ਤੇ ਕਿਸਾਨਾਂ ਦਾ ਇਹ ਰਿਸ਼ਤਾ ਜਿਹੜਾ ਇਹ ਹੋਰ ਮਜ਼ਬੂਤ ਹੋਵੇ। ਸੋ ਇਹਨਾਂ ਸ਼ੁਰੂਆਤੀ ਜਿਹੜੇ ਰੁਝਾਨ ਨੇ ਉਹਨਾਂ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਆੜ੍ਹਤੀਆਂ ਨੇ ਵੀ ਚੰਗਾ ਫੈਸਲਾ ਕੀਤਾ, ਕਿਸਾਨ ਵੀ ਖੱਜਲ ਖੁਆਰ ਨਹੀਂ ਹੋਣਗੇ ਗਗਨ। ਨਹੀਂ ਤਾਂ ਦੇਖੋ 10 ਅਪ੍ਰੈਲ ਆ ਗਈ, ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਜਿਹੜੇ ਕਿਸਾਨ ਨੇ ਉਹ ਆਪਣੀ ਫਸਲ ਦੀ ਕਟਾਈ ਕਰ ਰਹੇ ਨੇ। 34 ਲੱਖ ਹੈਕਟੇਅਰ 'ਚ ਸਾਡੇ ਕਣਕ ਬੀਜੀ ਜਾਂਦੀ ਹੈ, 33-34 ਲੱਖ 'ਚ, ਔਰ ਇਸ ਵਾਰ ਵੀ 130 ਲੱਖ ਮੀਟ੍ਰਿਕ ਟਨ ਤਾਂ ਸਰਕਾਰੀ ਤੌਰ ਤੇ ਜਾਣੀ ਹੈ। ਅੰਦਾਜ਼ਨ 150 ਲੱਖ ਮੀਟ੍ਰਿਕ ਟਨ ਦਾ ਉਤਪਾਦਨ ਇਸ ਵਾਰ ਹੋ ਸਕਦਾ। ਮੈਨੂੰ ਲੱਗਦਾ ਕਣਕ ਦਾ ਉਤਪਾਦਨ ਵੀ ਇਸ ਵਾਰ ਰਿਕਾਰਡ ਤੇ ਚੰਗਾ ਹੋਏਗਾ ਗਗਨ ਜੀ। ਤੇ ਡੱਲਾ ਸਾਹਿਬ, ਹੁਣ ਇਸ ਮਸਲੇ ਦੇ ਵਿੱਚ ਇਸ ਤਰ੍ਹਾਂ ਹੱਲ ਨਿਕਲਿਆ ਕਿਉਂਕਿ ਲਗਾਤਾਰ ਕੈਪਟਨ ਅਮਰਿੰਦਰ ਸਿੰਘ 2 ਦਿਨ ਤੱਕ ਮੀਟਿੰਗਾਂ ਕਰਦੇ ਰਹੇ ਨੇ, ਕਦੇ ਆੜ੍ਹਤੀਆਂ ਦੇ ਨਾਲ ਬੈਠਕ ਹੁੰਦੀ ਹੈ ਤੇ ਉਸ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਆੜ੍ਹਤੀਆਂ ਦਾ ਵੱਡਾ ਇਕੱਠ ਹੁੰਦਾ, ਉਸ ਦੇ ਵਿੱਚ ਵੀ ਪੰਜਾਬ ਦੇ ਮੰਤਰੀ ਬੈਠਦੇ ਨੇ। ਕਿ ਜਿਹੜਾ ਉਹ ਹੱਲ ਨਿਕਲਿਆ, ਉਸ ਹੱਲ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਹੁਣ ਜਿਹੜੇ ਦੁਬਾਰਾ ਮੰਡੀਆਂ ਦੇ ਵਿੱਚ ਰੌਣਕ ਪਰਤ ਹੈ? ਕਿਉਂਕਿ ਬੀਤੀ ਸ਼ਾਮ ਵੀ ਜਦੋਂ ਅਸੀਂ ਮੰਡੀਆਂ ਦੇ ਵਿੱਚ ਗਏ ਸੀ ਤਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਖੰਨਾ, ਉਹ ਬਿਲਕੁਲ ਸੁਨਸਾਨ ਪਈ ਸੀ। ਹਾਲਾਂਕਿ ਸਰਕਾਰੀ ਬੋਲੀ ਦੀ ਤਰੀਕ ਸੀ ਪਰ ਫਿਰ ਵੀ ਉਹ ਸੁਨਸਾਨ ਪਈ ਸੀ। ਲੱਗਦਾ ਕਿ ਬਹਾਰ ਦੁਬਾਰਾ ਜਿਹੜੀ ਮੰਡੀਆਂ ਦੇ ਵਿੱਚ ਪਰਤ ਆਏਗੀ ਅੱਜ ਤੋਂ? ਦੇਖੋ, ਕੱਲ ਸ਼ਾਮ ਨੂੰ ਹੀ ਮੰਡੀ ਪੰਜਾਬ ਦੇ ਵਿੱਚ ਬੋਲੀਆਂ 'ਚ ਸ਼ੁਰੂ ਹੋ ਗਈ। ਕੱਲ ਸ਼ਾਮ ਤੋਂ ਬੋਲੀ ਜਿਹੜੀ ਆ ਮੰਡੀਆਂ 'ਚੋਂ ਸ਼ੁਰੂ ਹੋ ਗਈ। ਠੀਕ ਹੈ, ਕੱਲ ਤੱਕ ਸੁਨਸਾਨ ਸੀ ਕਿਉਂਕਿ ਜਦ ਤੱਕ ਆੜ੍ਹਤੀਏ ਹੜਤਾਲ ਤੇ ਸੀ ਤਦ ਤੱਕ ਕਿਸਾਨ ਵੀ ਮੰਡੀ 'ਚ ਫਸਲ ਲਿਆਉਣ ਤੋਂ ਘਬਰਾ ਰਿਹਾ ਸੀ। ਔਰ ਜਿਹੜਾ ਸਮਝੌਤਾ ਹੋਇਆ ਉਸ ਤੋਂ ਬਾਅਦ ਦੇਖੋ ਆੜ੍ਹਤੀਆਂ ਦੀਆਂ ਕਿਹੜੀਆਂ ਮੰਗਾਂ ਸੀ, ਆੜ੍ਹਤੀਆਂ ਨੇ ਕਿਹਾ ਕੀ ਹੈ। ਮੈਂ ਕਹਿੰਦਾ ਇੱਕ ਵਾਰੀ ਆੜ੍ਹਤੀਆਂ ਦੀ ਗੱਲ ਵੀ ਸੁਣ ਲਈਏ। ਵਿਜੇ ਕਾਲੜਾ ਨੇ, ਜਿਹੜੇ ਪ੍ਰਧਾਨ ਨੇ ਪੰਜਾਬ ਦੇ ਆੜ੍ਹਤੀਆਂ ਦੇ, ਉਹਨਾਂ ਦੀ ਗੱਲ ਸੁਣ ਲਈਏ ਇੱਕ ਵਾਰੀ। ਕਿਸਾਨ ਹਿੱਤਾਂ ਨੂੰ ਮੁੱਖ ਰੱਖਦੇ ਹੋਇਆਂ
ਅਸੀਂ ਅੱਜ ਇਹ ਫੈਸਲਾ ਕੀਤਾ ਹੈ, ਜਿਹੜਾ ਪੰਜਾਬ ਸਰਕਾਰ ਨੇ ਪੌਣੇ 2 ਸਾਲ ਤੋਂ 131 ਕਰੋੜ ਰੁਪਏ ਸਾਡੇ ਆੜ੍ਹਤੀਆਂ ਦਾ ਖੜਾ ਸੀ, ਉਹਦੇ ਵਾਸਤੇ ਹੁਣੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਸਾਡੇ ਸ਼ਾਮਲ ਹੋਏ। ਉਹਨਾਂ ਨੇ ਯਕੀਨ ਦਵਾਇਆ ਵੀ ਮੰਡੇ ਤੋਂ 131 ਕਰੋੜ ਰੁਪਏ ਦੀ ਪੂਰੀ ਰਕਮ, ਚਾਹੇ ਕੋਈ PFMS ਪੋਰਟਲ ਚੜਿਆ ਚਾਹੇ ਨਹੀਂ ਚੜਿਆ, ਉਹ ਸਾਰੇ ਪੈਸੇ ਪੰਜਾਬ ਦੇ ਸਮੂਹ ਆੜ੍ਹਤੀਏ ਜਿਨ੍ਹਾਂ ਦੇ ਪੈਸੇ ਰੁਕੇ ਆ ਉਹ ਮੰਡੇ ਤੋਂ ਸ਼ੁਰੂ ਹੋ ਜਾਣਗੇ। ਇੱਕ FCI ਸਾਡੇ ਨਾਲ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਤੀ ਕਰਦੀ ਆ ਰਹੀ ਹੈ ਕਿ 100 ਰੁਪਇਆ ਸਾਡਾ ਰੇਟ ਫਿਕਸ ਕਰਦਾ ਮੰਡੀ ਬੋਰਡ, ਕਹਿੰਦੇ 70 ਪੈਸੇ ਦੇਣੇ ਆ, 75 ਪੈਸੇ ਦੇਣੇ ਆ। ਇਹ ਮਹਾਰਾਜ ਸਾਹਿਬ ਨੇ ਯਕੀਨ ਦਵਾਇਆ ਕਿ ਖਰੀਦ ਤੋਂ ਪਹਿਲਾਂ ਜਿਹੜੇ ਪੈਸੇ ਨੇ ਤੁਹਾਡੇ ਪਿਛਲੇ ਵੀ ਦਵਾਏ ਜਾਣਗੇ। ਆਉਣ ਵਾਲੇ ਸਮੇਂ 'ਚ ਜੋ ਪੰਜਾਬ ਮੰਡੀ ਬੋਰਡ ਦਾ ਰੂਲਾਂ ਦੇ ਮੁਤਾਬਕ, ਨਿਯਮਾਂ ਮੁਤਾਬਕ ਪੈਸੇ ਫਿਕਸ ਕੀਤੇ ਜਾਂਦੇ ਆ, ਉਹ ਪੂਰੇ ਦੇ ਪੂਰੇ ਪੰਜਾਬ ਦੇ ਆੜ੍ਹਤੀਆਂ ਨੂੰ ਮਿਲਣਗੇ। ਇਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ। ਦੂਸਰੀ ਗੱਲ, ਜਿਹੜੀ ਆੜ੍ਹਤ ਹੈ ਉਹ ਆੜ੍ਹਤੀਆਂ ਦੇ ਖਾਤੇ ਜਾਏਗੀ, ਜਿਹੜੀ ਮਜ਼ਦੂਰੀ ਹੈ ਉਹ ਵੀ ਆੜ੍ਹਤੀਆਂ ਦੇ ਖਾਤੇ ਜਾਏਗੀ। ਅਸੀਂ ਅੱਗੋਂ ਮਜ਼ਦੂਰ ਨੂੰ ਦੇਵਾਂਗੇ। ਜਿਹੜੀ MSP ਹੈ ਉਹ ਕਿਸਾਨ ਦੇ ਖਾਤੇ ਜਾਏਗੀ, ਪਰ ਜਾਏਗੀ ਆੜ੍ਹਤੀਆਂ ਦੇ ਥਰੂ। ਸੋ ਇਹ ਪੰਜਾਬ ਵਾਲੇ ਫੈਸਲੇ ਨੇ ਕਿ ਜਿਹੜੀ MSP ਹੈ ਉਹ ਕਿਸਾਨ ਦੇ ਖਾਤੇ 'ਚ ਜਾਏਗੀ, ਕੈਪਟਨ ਅਮਰਿੰਦਰ ਕਹਿੰਦੇ, ਪਰ ਜਾਏਗੀ ਆੜ੍ਹਤੀਆਂ ਦੇ ਜ਼ਰੀਏ। ਸੋ ਇਹ ਆਉਣ ਵਾਲੇ ਸਮੇਂ 'ਚ ਕਈ ਤਰ੍ਹਾਂ ਦੀਆਂ ਵਿਵਸਥਾਵਾਂ ਨੇ ਜਿਹੜੀਆਂ ਉਹ ਨਵੀਆਂ ਬਣਨਗੀਆਂ। ਔਰ ਵਿਜੇ ਕਾਲੜਾ ਹੁਣੀ ਕਹਿੰਦੇ ਵੀ ਅਸੀਂ ਹਾਲ ਦੀ ਘੜੀ ਬਿਲਕੁਲ ਸਹਿਮਤ ਹਾਂ। ਦੇਖੋ, ਜਿਹੜਾ ਕੇਂਦਰ ਸਰਕਾਰ ਨੇ ਇੱਕ ਗੱਲ ਵੱਡੀ ਮੰਨੀ ਹੈ ਕਿ ਅਸੀਂ 6 ਮਹੀਨੇ ਤੱਕ ਜਿਹੜੇ ਲੈਂਡ ਰਿਕਾਰਡ ਹੈ ਉਹਨਾਂ ਦੀ ਅਸੀਂ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਲਾਉਂਦੇ। ਹੁਣ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਗਗਨ ਕਿ 6 ਮਹੀਨਿਆਂ ਦੇ ਵਿੱਚ ਲੈਂਡ ਰਿਕਾਰਡ ਸਾਰੇ ਦਰੁਸਤ ਕਰਨ ਕਿਸਾਨ, ਤਾਂ ਕਿ FCI ਦੇ ਨਾਲ ਆਉਣ ਵਾਲੇ ਸਮੇਂ 'ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਤੇ ਜਿਹੜੀ ਫਸਲਾਂ ਦੀ ਚੁਕਾਈ ਹੈ ਉਹ ਵਧੀਆ ਤਰੀਕੇ ਨਾਲ ਹੁੰਦੀ ਰਹੇ। ਸੋ ਮੈਨੂੰ ਇਹ ਲੱਗਦਾ ਕਿ ਇਹ ਆਖਰਕਾਰ ਗੱਲਬਾਤ ਹੈ ਜਿਹੜੀ ਇਹ ਚੰਗੇ ਤਰੀਕੇ ਨਾਲ ਨਿਬੜ ਰਹੀ ਹੈ। ਔਰ ਜਿਹੜਾ ਅੱਜ ਵੱਖ-ਵੱਖ ਕਿਸਾਨ ਸੀ ਜਿਹੜੇ, ਹਾਲਾਂਕਿ ਇਹਦਾ ਵਿਰੋਧ ਸਾਰੇ ਕਰ ਰਹੇ ਨੇ, ਸੁਖਬੀਰ ਬਾਦਲ ਨੇ ਵੀ ਵਿਰੋਧ ਕੀਤਾ ਜਿਹੜੀ ਸਿੱਧੀ ਅਦਾਇਗੀ ਸ਼ੁਰੂ ਹੋਈ ਹੈ, ਸਾਡੇ ਕਿਸਾਨ ਸੰਗਠਨ ਵੀ ਵਿਰੋਧ ਕਰ ਰਹੇ ਨੇ ਜਿਨ੍ਹਾਂ ਨੇ ਅੱਜ KMP ਤੇ ਧਰਨਾ ਮਾਰਿਆ। ਜੀ ਤੇ ਦਰਅਸਲ KMP ਦੇ ਵੱਲ ਵੀ ਤਾਂ ਕਿਹੋ ਜਿਹੇ ਹਾਲਾਤ ਜਿਹੜੇ ਤੁਹਾਨੂੰ ਉੱਥੇ ਲੱਗ ਰਹੇ ਨੇ, ਕਿਉਂਕਿ ਲਗਾਤਾਰ 24 ਘੰਟੇ ਕੁਝ ਸਮੇਂ ਬਾਅਦ ਹੋ ਜਾਣੇ ਨੇ 11 ਵਜੇ ਤੱਕ ਜਿਹੜਾ ਅੱਜ ਧਰਨਾ ਉਹ ਕਿਸਾਨਾਂ ਦਾ ਚੱਲਣਾ ਹੈ। ਉਸੇ ਧਰਨੇ ਦੇ ਦਰਮਿਆਨ ਕੇਂਦਰੀ ਮੰਤਰੀ ਨੇ ਖੇਤੀਬਾੜੀ ਨਰਿੰਦਰ ਤੋਮਰ, ਉਹਨਾਂ ਦਾ ਬਿਆਨ ਆਉਂਦਾ ਹੈ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਕੀ ਲੱਗਦਾ ਹੈ ਕਿ ਇਹ KMP ਵਾਲੇ ਜਾਮ ਦਾ ਪ੍ਰਭਾਵ ਹੈ ਜਾਂ ਸਰਕਾਰ ਕਿਤੇ ਨਾ ਕਿਤੇ ਇਸ ਮਸਲੇ ਨੂੰ ਹੱਲ ਕਰਨਾ ਚਾਹ ਰਹੀ ਹੈ? ਨਹੀਂ, ਦੇਖੋ, ਮੈਨੂੰ ਤਾਂ ਇਹ ਲੱਗਦਾ ਹੈ ਕਿ ਸਰਕਾਰ ਮਸਲੇ ਨੂੰ ਹੱਲ ਉਦੋਂ ਕਰੂਗੀ ਜਦੋਂ 5 ਸੂਬਿਆਂ ਦੇ ਨਤੀਜੇ ਆ ਗਏ। ਜੇ ਤਾਂ 5 ਸੂਬਿਆਂ 'ਚ BJP ਜਿੱਤ ਗਈ ਫਿਰ ਤਾਂ ਮੈਨੂੰ ਲੱਗਦਾ ਹੈ ਕਿ ਇਹ ਗੱਲ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਅਗਰ 5 'ਚੋਂ 4 ਸੂਬੇ ਵੀ BJP ਹਾਰਦੀ ਹੈ ਤੇ ਫਿਰ ਕੋਸ਼ਿਸ਼ ਹੋਊਗੀ BJP ਦੀ ਵੀ ਹੁਣ ਅਸੀਂ ਕਿਸਾਨਾਂ ਨੂੰ ਮਨਾਈਏ, ਕਿਸੇ ਨਾ ਕਿਸੇ ਤਰੀਕੇ ਇਸ ਮਸਲੇ ਨੂੰ ਨਿਬੇੜੀਏ, ਕਿਉਂਕਿ 4 ਸੂਬਿਆਂ 'ਚ BJP ਦੀ ਹਾਰ ਜਾਂ 5 ਸੂਬਿਆਂ 'ਚ BJP ਦੀ ਹਾਰ ਦਾ ਮਤਲਬ ਹੈ ਕਿ ਜ਼ਮੀਨੀ ਪੱਧਰ ਤੇ ਕਿਸਾਨਾਂ ਨੇ BJP ਦੇ ਖਿਲਾਫ ਵੋਟ ਪਾਈ ਹੈ ਔਰ ਆਮ ਲੋਕ ਵੀ ਕਿਸਾਨਾਂ ਦੇ ਦਰਦ ਨੂੰ ਸਮਝਦੇ ਨੇ। ਅਗਰ BJP ਜਿੱਤ ਜਾਂਦੀ ਹੈ, ਅਗਰ 5 'ਚੋਂ 3 ਸੂਬੇ ਵੀ BJP ਨੇ ਜਿੱਤ ਲਏ ਤਾਂ ਵੀ BJP ਆਪਣੇ ਆਪ ਨੂੰ ਜੇਤੂ ਮੰਨੂਗੀ ਤੇ ਫਿਰ ਇਸ ਮਸਲੇ ਦਾ ਹੱਲ ਹੁੰਦਾ ਮੈਨੂੰ ਨਹੀਂ ਦਿਖਣਾ। ਹਾਂ, ਇਹ ਜਿਹੜਾ KMP ਦਾ ਵੀ ਧਰਨਾ ਹੈ, ਇਹ ਜਿਹੜਾ ਕਰਨਾਲ ਔਰ ਮਾਨੇਸਰ ਔਰ ਪਲਵਲ, ਇਹ ਹਾਈਵੇ ਜਿਹੜੇ ਪੂਰੇ ਪੁਲ ਨਿਕਲਦਾ ਉੱਥੋਂ ਹਾਈਵੇ ਨੇ, ਕਿਸੇ ਨੇ ਗੁੜਗਾਵਾਂ ਜਾਣਾ ਹੈ, ਮੇਰਠ ਜਾਣਾ ਹੈ, ਕਰਨਾਲ ਜਾਣਾ ਹੈ, ਜੈਪੁਰ ਜਾਣਾ ਹੈ, ਇਹ ਸਾਰੇ ਰਸਤੇ ਉਧਰੋਂ ਜੁੜਦੇ ਨੇ। ਅੱਗੇ ਇਹ KMP ਸੋਨੀਪਤ ਚਲਾ ਜਾਂਦਾ, ਅੱਗੇ ਰੋਹਤਕ ਨਾਲ ਜੁੜਦਾ, ਫਿਰ ਪਾਣੀਪਤ ਵਾਲੇ ਪਾਸੇ ਚਲਾ ਜਾਂਦਾ, ਉਹ ਸਾਰੇ ਪਾਸੇ ਇਹਦਾ ਜੁੜਾਅ ਹੈ। ਹੁਣ ਮੈਨੂੰ ਇਹ ਲੱਗਦਾ ਵੀ ਜਿਹੜਾ ਹੁਣ ਅੱਜ 11 ਵਜੇ ਖਤਮ ਹੋਣਾ ਹੈ ਧਰਨਾ, ਹੋਣ ਵਾਲਾ ਹੀ ਹੋਣਾ ਹੈ। ਸੋ ਇਹਦਾ ਵੀ ਅਸਰ ਪਊਗਾ ਕਿਉਂਕਿ ਕਿਸਾਨਾਂ ਨੂੰ ਸੰਗਠਿਤ ਹੋਣ ਦਾ ਅਸਰ ਮਿਲ ਗਿਆ। ਜਿਹੜਾ ਪੰਜਾਬ ਦਾ ਨੌਜਵਾਨ ਹੈ ਲੱਖਾ ਸਿਧਾਣਾ, ਉਹਦੀ ਵੀ ਸ਼ਮੂਲੀਅਤ ਆ ਗਈ। ਲੱਖਾ ਸਿਧਾਣਾ ਵੀ ਚਲਾ ਗਿਆ ਇਕੱਠ ਲੈ ਕੇ, ਕਾਫੀ ਦੇਰ ਬਾਅਦ ਲੱਖਾ ਸਿਧਾਣਾ ਗਿਆ। ਕਿਸਾਨ ਜਥੇਬੰਦੀਆਂ ਨੇ ਹੁਣ ਸੱਦਾ ਮਾਰਿਆ ਸੀ ਲੱਖੇ ਸਿਧਾਣੇ ਨੂੰ ਵੀ ਤੁਸੀਂ ਵੀ ਆਓ। ਹਾਲਾਂਕਿ ਮੈਂ ਕੱਲ ਰਾਜੇ ਵਾਲੇ ਦਾ ਬਿਆਨ ਸੁਣ ਰਿਹਾ ਸੀ, ਕਈ ਜਗ੍ਹਾ ਤੇ ਟੈਲੀਵਿਜ਼ਨ ਤੇ ਲਿਖਿਆ ਆ ਰਿਹਾ ਸੀ, ਇੱਕ ਤੇ ਕਹਿੰਦੇ ਰਾਜੇਵਾਲ ਸਾਹਿਬ ਕਹਿੰਦੇ ਵੀ ਜਿਹੜਾ ਕਿਸਾਨ ਅੰਦੋਲਨ ਹੈ ਸਮੁੰਦਰ ਹੈ ਤੇ ਲੱਖਾ ਸਿਧਾਣਾ ਵੀ ਡੁਬਕੀ ਲਾ ਰਿਹਾ। ਇਸ ਤਰੀਕੇ ਦੇ ਸ਼ਬਦ ਲੀਡਰ ਵਰਤਦੇ ਨੇ। ਪਰ ਦੀਪ ਸਿੱਧੂ ਬਾਰੇ ਕਈ ਲੋਕ ਗੱਲਾਂ ਕਰਦੇ ਨੇ ਵੀ ਦੀਪ ਸਿੱਧੂ ਨੂੰ ਵੀ ਵਾਪਸ ਅੰਦੋਲਨ 'ਚ ਜੋੜਨਾ ਚਾਹੀਦਾ ਹੈ। ਹੁਣ ਰਾਜੇਵਾਲ ਕਹਿੰਦਾ ਵੀ ਦੀਪ ਸਿੱਧੂ ਬਾਰੇ ਅਸੀਂ ਹਜੇ ਕੋਈ ਵਿਚਾਰ ਨਹੀਂ ਕੀਤਾ, ਪਰ ਹੁਣ ਮੈਂ ਇਹ ਗੱਲ ਦੇਖਣ ਵਾਲੀ ਹੈ, ਅੱਗੇ ਤਾਂ ਕਿਸਾਨ ਜਥੇਬੰਦੀ ਵਾਲੇ ਕਹਿੰਦੇ ਸੀ ਵੀ ਦੀਪ ਸਿੱਧੂ ਨਾਲ ਸਾਡਾ ਕੋਈ ਸੰਬੰਧ ਨਹੀਂ, ਅੱਗੇ ਤਾਂ ਇਹ ਕਹਿੰਦੇ ਸੀ ਉਹ BJP ਦੇ ਨਾਲ ਜੁੜਿਆ ਹੋਇਆ ਬੰਦਾ ਹੈ। ਸੋ ਹੁਣ ਕਿਵੇਂ ਉਹਨੂੰ ਸੱਦਾ ਮਾਰਨਗੇ? ਸੋ ਇਸ ਕਰਕੇ ਕਈ ਗੱਲਾਂ ਇਹੋ ਜਿਹੀਆਂ ਵੀ ਨੇ ਕਿਸਾਨ ਅੰਦੋਲਨ ਦੀਆਂ ਜਿਨ੍ਹਾਂ ਤੇ ਆਪਣੇ ਆਪ 'ਚ ਹੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਪਰ ਕਿਸਾਨ ਅੰਦੋਲਨ ਦੇ ਲੀਡਰਾਂ ਨੇ ਹੁਣ ਇਹ ਇੱਕ ਜਿਹੜਾ ਇਹ KMP ਵਾਲਾ ਵੀ ਸੀ,
ਇਹ ਚੰਗੀ ਤਰ੍ਹਾਂ ਸੰਗਠਿਤ ਕੀਤਾ ਹੈ, ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੋਈ, ਕਿਸੇ ਨੂੰ ਕੋਈ ਦਿੱਕਤ ਨਹੀਂ ਹੋਈ। ਹੁਣ ਸੰਸਦ ਮਾਰਚ ਦਾ ਜਿਹੜਾ ਗਗਨ ਐਲਾਨ ਕੀਤਾ ਹੈ, ਉਹ ਵੀ ਸੰਸਦ ਮਾਰਗ ਵੱਲ ਦਾ ਜਿਹੜਾ ਮਾਰਚ ਹੈ ਉਹ ਵੀ ਸ਼ਾਂਤੀਪੂਰਵਕ ਕੱਢਣਾ ਚਾਹੀਦਾ ਹੈ, ਬੜੇ ਯੋਜਨਾਬੱਧ ਤਰੀਕੇ ਨਾਲ ਇਹਨਾਂ ਨੂੰ ਕਰਨਾ ਚਾਹੀਦਾ ਹੈ। ਤਾਂ ਹੀ ਕੇਂਦਰ ਸਰਕਾਰ ਹੈ ਜਿਹੜੀ ਉਹਦੇ 'ਚ ਹੋਰ ਜਾਗਰੂਕਤੀ ਆਏਗੀ ਤੇ ਇਹਨਾਂ ਦੀ ਗੱਲ ਸੁਣੇਗੀ। ਇੱਕ ਵਾਰੀ ਲੀਡਰਾਂ ਦੀ ਗੱਲ ਸੁਣ ਲਓ, ਜਿਹੜੇ KMP ਦੇ ਬਾਹਰ ਜਿਨ੍ਹਾਂ ਨੇ ਧਰਨਾ ਮਾਰਿਆ ਕਿਸਾਨ ਆਗੂਆਂ ਨੇ, ਉਹਨਾਂ ਦੀ ਗੱਲ ਵੀ ਇੱਕ ਵਾਰੀ ਸੁਣ ਲਈਏ। ਜਿੰਨੇ ਸਾਡੇ ਨਾਕੇ ਨੇ 4-5 ਨਾਕੇ, ਜਿੰਨੇ ਸਾਡੇ ਨਾਕੇ ਉਹਨਾਂ ਨੇ ਸਾਰਿਆਂ ਨੇ ਪੂਰਨ ਤੌਰ ਤੇ KMP ਬੰਦਾ। ਆ ਦੇਖੋ ਕੋਈ ਵੀ ਟ੍ਰੈਫਿਕ ਇੱਥੇ ਨਹੀਂ ਆ ਰਹੀ, ਕਿਉਂਕਿ ਇਹ ਸਾਡਾ ਜਿਹੜਾ ਕੰਮ ਆ, ਕੋਈ ਸਾਨੂੰ ਲੋਕਾਂ ਨੂੰ ਤੰਗ ਕਰਕੇ ਸਵਾਦ ਨਹੀਂ ਆਉਂਦਾ ਜਾਂ ਤੰਗ ਕਰਕੇ ਅਸੀਂ ਰਾਜੀ ਨਹੀਂ ਵੀ ਲੋਕਾਂ ਨੂੰ ਲੰਘਣ ਵਾਲਿਆਂ ਨੂੰ ਤੰਗ ਕਰੀਏ। ਪਰ ਸਰਕਾਰ ਜਿਹੜੀ ਸੁੱਤੀ ਪਈ ਆ ਉਹਨੂੰ ਜਗਾਉਣ ਦੇ ਲਈ ਸਾਨੂੰ ਇਹੋ ਜਿਹੇ ਕੰਮ ਕਰਨੇ ਪੈਂਦੇ ਆ। ਸਾਡਾ ਜੀ ਨਹੀਂ ਕਰਦਾ ਵੀ ਸੜਕਾਂ ਤੇ ਬੈਠ ਜਾਈਏ। ਦੂਸਰਾ ਇਹਨਾਂ ਨੇ ਜਿਹੜੀ ਕੀਤੀ ਆ ਡਾਇਰੈਕਟ ਪੇਮੈਂਟ, ਸਿੱਧੀ ਅਦਾਇਗੀ, ਜਿਵੇਂ ਅੱਜ ਸਾਡੀ ਕਣਕ ਆ ਗਈ ਆ, ਕਣਕ ਦੀ ਖਰੀਦ ਸ਼ੁਰੂ ਹੋਣੀ ਸੀ 10 ਤਰੀਕ ਨੂੰ, ਪਰ ਕੋਈ ਪ੍ਰਬੰਧ ਨਹੀਂ ਹੋਇਆ। ਨਾ ਤਾਂ ਕੈਪਟਨ ਸਰਕਾਰ ਨੇ ਕੋਈ ਚੰਗੀ ਦਿਲਚਸਪੀ ਲਈ ਆ, ਨਾ ਉੱਥੇ ਕੋਈ ਬਾਰਦਾਨਾ ਆਇਆ, ਨਾ ਅੱਜ ਕੋਈ ਖਰੀਦ ਸ਼ੁਰੂ ਹੋਈ ਆ। ਉਹ ਤਾਂ ਨਹੀਂ ਹੋਈ ਕਿਉਂਕਿ 2013 ਦੇ ਵਿੱਚ ਇੱਕ ਫੈਸਲਾ ਅਸੀਂ ਕਰਵਾ ਦਿੱਤਾ ਸੀ ਵੀ ਕਿਸਾਨਾਂ ਦੀ ਮਰਜ਼ੀ ਤੇ ਛੱਡ ਦਿਓ, ਚਾਹੇ ਆੜ੍ਹਤੀਏ ਤੋਂ ਸਿੱਧੀ ਪੇਮੈਂਟ ਲੈ ਲੈਣ, ਚਾਹੇ ਕਿਸਾਨਾਂ ਰਾਹੀਂ ਆਏ, ਚਾਹੇ ਆੜ੍ਹਤੀਏ ਤੋਂ ਲੈ ਲੈਣ। ਪਰ ਅੱਜ ਇਹਨਾਂ ਨੇ ਸਾਡੇ ਤੇ ਫਿਰ ਫੈਸਲਾ ਥੋਪਿਆ ਵੀ ਕਿਸਾਨਾਂ ਨੂੰ ਹੀ ਸਿੱਧੀ ਪੇਮੈਂਟ ਕਰਾਂਗੇ, ਕਿਉਂਕਿ ਆੜ੍ਹਤੀਏ ਬਿਨਾਂ ਸਾਡਾ ਗੁਜ਼ਾਰਾ ਨਹੀਂ। ਜਿਹੜੇ ਅਸੀਂ ਠੇਕੇ ਤੇ ਜ਼ਮੀਨਾਂ ਵਾਹੁੰਦੇ ਆ, ਉਹਨਾਂ ਨੇ ਆੜ੍ਹਤੀਆਂ ਤੋਂ ਐਡਵਾਂਸ ਲੈਣਾ ਹੁੰਦਾ 10-10 ਲੱਖ ਰੁਪਈਆ। ਆੜ੍ਹਤੀਆਜ਼ ਇਸ ਫੂਡ ਪਰਚੇਸ ਦੇ ਨਾਲ ਰਹਿਣਗੇ, ਦੇ ਵਿਲ ਨਾਟ ਬੀ ਰਿਮੂਵਡ, ਜੈਸੇ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਹੈ। ਵਿਦ ਦ ਪ੍ਰੋਸੈਸ ਆਫ ਰਿਲੀਜ਼ ਆਫ ਪੇਮੈਂਟ, ਜੋ ਪੇਮੈਂਟ ਹੁੰਦੀ ਹੈ ਉਹਦੇ ਨਾਲ ਤੁਹਾਡਾ ਸੰਬੰਧ ਰਹੇਗਾ ਉਹਦੇ 'ਚ। ਇਹ ਜਿਸ ਤਰੀਕੇ ਨਾਲ ਸਾਡੇ ਨਾਲ ਵਰਤਾਅ ਕਰ ਰਹੇ ਨੇ, ਜਦੋਂ ਤਾਂ ਮੈਂ ਹੈ ਉਰੇ, ਮੈਂ ਉਹਦੇ ਨਾਲ 1% ਵੀ ਉਹਨਾਂ ਨਾਲ ਸਹਿਮਤ ਨਹੀਂ। ਜੋ ਥੋੜਾ ਹੋਇਆ, ਜੋ ਤੁਹਾਨੂੰ ਅੱਜ ਤੁਹਾਡੇ ਦਿਲਾਂ ਦੇ ਵਿੱਚ ਹੈ, ਉਹ ਮੇਰੇ ਦਿਲ ਦੇ ਵਿੱਚ ਵੀ ਹੈ। ਸਾਡੇ ਬੜੇ ਤਕੜੇ ਵਜ਼ੀਰ ਸਾਹਿਬ ਕਾਲਰਾ ਸਾਹਿਬ ਔਰ ਮੇਰੇ ਸਾਰੇ ਵੀਰੋ, ਮੈਂ ਜਾਣਦਾ ਤੁਹਾਡੇ ਦਿਲ ਦੇ ਵਿੱਚ ਕੀ ਗੱਲ ਹੈ, ਮੈਂ ਜਾਣਦਾ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ, ਕੀ ਸੋਚ ਸੀ ਔਰ ਕੀ ਇਹਨਾਂ ਨੇ ਕਰਵਾ ਦਿੱਤਾ ਦਿੱਲੀ 'ਚ। ਅਸੀਂ ਬੜੀ ਲੜਾਈ ਲੜੀ, ਜੈਸੇ ਤੁਹਾਨੂੰ ਦੱਸਿਆ ਹੈ, ਕਾਲਰਾ ਸਾਹਿਬ ਨੇ ਵੀ ਔਰ ਆਸ਼ੂ ਜੀ ਨੇ ਵੀ, ਪਰ ਉਹਨਾਂ ਨੇ ਆਪਣੀ ਕੁਝ ਸੋਚ ਇਹੋ ਜਿਹੀ ਬਣਾ ਲਈ। ਅੰਤ ਵਿੱਚ ਤਾਂ ਇੱਥੇ ਤਾਂ ਹੀ ਆ ਗਏ ਸੀ ਕਿ ਤੁਸੀਂ ਅਗਰ ਖਰੀਦ ਕਰਨੀ ਆ ਕਰ ਲਓ, ਪਰ ਫਿਰ ਅਸੀਂ ਖਰੀਦਾਂਗੇ ਨਹੀਂ, ਆਪ ਵੇਚ ਲੈਣਾ ਤੁਸੀਂ 133 ਲੱਖ ਟਨ ਜੋ ਵੀ ਹੈ। ਤਾਂ ਸਾਡੇ ਵਾਸਤੇ ਨਾਮੁਮਕਿਨ ਗੱਲ ਸੀ। ਫਿਰ ਬੜੀ ਕੋਸ਼ਿਸ਼। ਸੋ ਕੈਪਟਨ ਅਮਰਿੰਦਰ ਕਹਿ ਰਹੇ ਸੀ ਕਿ ਕੇਂਦਰ ਨੇ ਸਪਸ਼ਟ ਕਹਿਤਾ ਵੀ ਨਹੀਂ ਤਾਂ ਫਿਰ ਅਸੀਂ ਖਰੀਦਾਂਗੇ ਨਹੀਂ, ਤੁਸੀਂ ਆਪ ਖਰੀਦ ਲਓ। ਤੇ ਕੈਪਟਨ ਅਮਰਿੰਦਰ ਕਹਿੰਦੇ ਸਾਡੇ ਵੱਸ ਦਾ ਹੈ ਨਹੀਂ 133 ਲੱਖ ਮੀਟ੍ਰਿਕ ਟਨ ਕਣਕ ਖਰੀਦਣੀ। ਸੋ ਇਹ ਸਥਿਤੀਆਂ ਬਣੀਆਂ ਨੇ ਗਗਨ ਕੁੱਲ ਮਿਲਾ ਕੇ। ਪਰ ਜਿੱਥੋਂ ਤੱਕ KMP ਦੀ ਗੱਲ ਹੈ, KMP ਦਾ ਧਰਨਾ ਜਿਹੜਾ ਉਹ ਬੇहद ਕਾਮਯਾਬ ਰਿਹਾ। ਔਰ ਦੇਖੋ ਸਿਆਸਤ ਹੈ ਜਿਹੜੀ ਉਹ ਸਿੱਧੀ ਖਰੀਦ ਦੇ ਉੱਤੇ ਹੁਣ ਵੀ ਹੋ ਰਹੀ ਹੈ। ਅਕਾਲੀ ਦਲ ਨੇ ਭਾਵੇਂ ਸ਼ੁਰੂ 'ਚ ਵਕਾਲਤ ਕੀਤੀ ਵੀ ਇਹ ਸਾਰਾ ਕੁਝ ਚੰਗਾ ਹੈ, ਪਰ ਬਾਅਦ 'ਚ ਅਕਾਲੀ ਦਲ ਨੇ ਅਸਤੀਫਾ ਦਿੱਤਾ ਔਰ ਹੁਣ ਅਕਾਲੀ ਦਲ ਦੇ ਲੀਡਰ ਸੁਖਬੀਰ ਬਾਦਲ ਵੀ ਸਿੱਧੇ ਤੌਰ ਤੇ ਵਿਰੋਧ ਕਰਦੇ ਨੇ ਕੈਪਟਨ ਅਮਰਿੰਦਰ ਦਾ। ਇੱਕ ਵਾਰੀ ਸੁਖਬੀਰ ਦੀ ਵੀ ਮਾੜੀ ਦੀ ਗੱਲ ਸੁਣ ਲਈਏ ਆਪਾਂ। ਹੁਣ ਦੂਜੀ ਗੱਲ ਆ ਡੀਪ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੈ। ਕਿਸਾਨ ਤੇ ਆੜ੍ਹਤੀਏ ਭਾਈਚਾਰੇ ਦੀ ਆ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆ ਪਿਛਲੇ 2 ਸਾਲਾਂ 3 ਸਾਲਾਂ ਦੀ ਚੱਲ ਰਹੀ ਹੈ, ਕਿਤੇ ਦੱਸਿਆ ਨਹੀਂ, ਸਗੋਂ ਮੀਟਿੰਗਾਂ ਜਾ ਕੇ ਸਹਿਮਤੀ ਦਿੱਤੀ। ਆ ਮੇਰੇ ਕੋਲ ਡਾਕੂਮੈਂਟ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪ ਮੰਨ ਗਈ। ਉਹਨਾਂ ਨੇ ਇਕੱਲਾ ਕਿਹਾ ਕਿ ਸਾਨੂੰ 7-8 ਮਹੀਨੇ ਦੇ ਦਿਓ, ਅਸੀਂ ਆਪਣਾ ਰਿਕਾਰਡ ਠੀਕ ਕਰ ਲਈਏ। ਡਾਇਰੈਕਟ ਬੈਨੀਫਿਟ ਸਕੀਮ ਵੀ ਉਹਨਾਂ ਨੇ ਸੈਂਟਰ ਦੀ ਮੰਨ ਲਈ। ਤੇ ਤੁਸੀਂ ਦੇਖਿਆ ਹੋਇਆ ਜਦੋਂ ਮਨਪ੍ਰੀਤ ਸਿੰਘ ਬਾਦਲ ਫਾਈਨੈਂਸ ਮਿਨਿਸਟਰ ਤੇ ਦੂਜੇ ਇਹਨਾਂ ਦੇ ਫੂਡ ਪ੍ਰੋਸੈਸ ਜਿਹੜਾ ਮੰਤਰੀ ਹੈ, ਬਾਹਰੋਂ ਆਏ ਤੇ ਕਹਿਣ ਲੱਗੇ ਕਿ ਹੁਣ ਤਾਂ ਅਸੀਂ ਆੜ੍ਹਤੀਆਂ ਨੂੰ ਮਨਾ ਲਾਂਗੇ ਤੇ ਲਾਗੂ ਕਰ ਦਾਂਗੇ। ਸੋ ਇਹ ਪੰਜਾਬ ਦੇ ਵੱਖ-ਵੱਖ ਜਿਹੜੇ ਖਾਸ ਮਸਲੇ ਸੀ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਉੱਤੇ ਸੁਰਿੰਦਰ ਡੱਲਾ ਹੋਣਾ ਦੇ ਨਾਲ ਚਰਚਾ ਕੀਤੀ ਹੈ। ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਰਿੰਦਰ ਡੱਲਾ ਹੋਣੇ ਵੀ ਸਿਹਤਯਾਬ ਹੋ ਕੇ ਸਟੂਡੀਓ ਦੇ ਵਿੱਚ ਪਹੁੰਚਣਗੇ ਅਤੇ ਫਿਰ ਤੋਂ ਪਹਿਲਾਂ ਵਾਲੀ ਕੜੀ ਦੇ ਵਿੱਚ ਪ੍ਰੋਗਰਾਮ ਤੋਰਨਗੇ ਅਤੇ ਉਸੇ ਤਰ੍ਹਾਂ ਜਿਹੜੀ ਵੱਖ-ਵੱਖ ਮਸਲਿਆਂ ਦੇ ਵਿਸਥਾਰ ਦੇ ਨਾਲ ਕੱਪੜਛਾਣ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਫਿਲਹਾਲ ਦੇ ਲਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ।